ਅੰਮ੍ਰਿਤਸਰ ਦੇ ਚੀਫ ਇਨਕਮ ਟੈਕਸ ਕਮਿਸ਼ਨਰ ਦੇ ਖਿਲਾਫ ਵਕੀਲਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ ਬੀਤੇ ਕੁਝ ਸਮੇਂ ਦੇ ਵਿੱਚ ਇੱਕ ਵਿਵਾਦ ਜਿਹੜਾ ਹੈ ਵਕੀਲ ਸਮੁਦਾਇ ਅਤੇ ਇਨਕਮ ਟੈਕਸ ਦੇ ਵਿਭਾਗ ਦੇ ਵਿੱਚ ਸੀ, ਤਾਂ ਹੁਣ ਜਿਹੜਾ ਹੈ ਉਹ ਕੰਮ ਜਿਹੜਾ ਸੜਕਾਂ ਤੇ ਨਜ਼ਰ ਆਉਣਾ ਸ਼ੁਰੂ ਹੈ, ਜਿੱਥੇ ਕਿ ਅੱਜ ਵਕੀਲਾਂ ਵੱਲੋਂ ਸੜਕਾਂ ਜਾਮ ਕੀਤੀਆਂ ਗਈਆਂ ਨੇ। ਤਾਂ ਉਸ ਤੋਂ ਇਲਾਵਾ ਅਦਾਲਤ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ जा रहा है। तस्वीर ਤੁਹਾਨੂੰ ਅਸੀਂ ਧਰਨੇ ਦੀਆਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਅਤੇ ਇਨਕਮ ਟੈਕਸ ਦੇ ਜਿਹੜੇ ਲਾਇਰਸ ਨੇ ਉਹ ਖਾਸ ਕਰਕੇ ਇਸ ਧਰਨੇ ਤੇ ਮੌਜੂਦ ਹੋਏ ਨੇ। ਤਾਂ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਜਿਹੜੀਆਂ ਜ਼ਰੂਰੀ ਮੰਗਾਂ ਨੇ ਉਹਨਾਂ ਨੂੰ ਜਿਹੜਾ ਹੈ ਗੌਰ ਕੀਤਾ ਜਾਵੇ। ਤਾਂ ਤੁਸੀਂ ਦੇਖੋ ਧਰਨੇ ਦੀਆਂ ਤਸਵੀਰਾਂ, ਸੜਕਾਂ ਜਾਮ ਨੇ। ਤਾਂ ਸਾਡੇ ਨਾਲ ਐਡਵੋਕੇਟ ਸੰਜੇ ਜੀ ਮੌਜੂਦ ਨੇ। ਸੰਜੇ ਜੀ, ਕੀ ਮਕਸਦ ਹੈ, ਕਿਉਂ ਧਰਨਾ ਦਿੱਤਾ ਗਿਆ ਜੀ? देखो ऐसा हैगा सी कि चीफ कमिश्नर इनकम टैक्स जहांजेब अख्तर ने साडी बार नूं एक लैटर लिखी सी कि सानू वो कमरा खाली करके दे दिओ। ਆਪਾਂ ਉਹਨਾਂ ਨੂੰ ਕਿਹਾ ਕਿ 1959 ਤੋਂ ਸਾਡੇ ਕੋਲ ਕਮਰਾ ਆ ਗਿਆ, ਲਗਭਗ 65 ਸਾਲ ਹੋ ਗਏ ਹੈਗੇ ਹੈ। ਸਾਡੇ ਇੱਥੇ ਐਜੂਕੇਸ਼ਨਲ ਪ੍ਰੋਗਰਾਮ ਚੱਲਦੇ ਰਹਿੰਦੇ ਹੈਗੇ ਹੈ। ਜੋ ਵੀ ਇਨਕਮ ਟੈਕਸ ਦੇ ਨਵੇਂ ਕੋਈ ਸਰਕੂਲਰ ਨੋਟੀਫਿਕੇਸ਼ਨਾਂ ਆਉਂਦੀ ਹੈ, ਕੋਈ ਕੰਪਲਿਕੇਟਿਡ ਜਿਹੜੇ ਲਾਜ਼ ਹੁੰਦੇ ਹੈ, ਇੱਥੇ ਸਾਰੇ ਚਾਰਟਰਡ ਅਕਾਊਂਟੈਂਟ ਵਕੀਲ ਇਕੱਠੇ ਬੈਠ ਕੇ ਉਹ ਡਿਸਕਸ ਕਰਦੇ ਹੈਗੇ ਹੈ। ਸਾਡੇ ਸੈਮੀਨਾਰ ਇੱਥੇ ਚੱਲਦੇ ਰਹਿੰਦੇ ਹੈਗੇ ਹੈ। ਫਿਰ ਆਪਾਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਕੋਲ ਸਾਰੀ ਇਨਕਮ ਟੈਕਸ ਬਿਲਡਿੰਗ 'ਚ ਲਗਭਗ 60,000 ਸਕੁਅਰ ਫੁੱਟ ਏਰੀਆ ਹੈਗਾ ਔਰ ਤੁਹਾਡਾ 150-200 ਇੰਪਲੋਈ ਹੈਗਾ ਵਾ। ਸਾਡੇ ਇੱਥੇ ਸਿਰਫ 700 ਸਕੁਅਰ ਫੁੱਟ ਏਰੀਆ, ਸਾਡੇ ਸੈਂਕੜੋਂ ਮੈਂਬਰ ਹੈਗੇ ਹੈ, ਅਤੇ ਤੁਸੀਂ ਕਿਉਂ ਕਮਰਾ ਖਾਲੀ ਕਰਾਉਣਾ ਚਾਹੁੰਦੇ ਹੈਗੇ ਹੋ? ਇਹਦੇ ਵਿੱਚ ਆਪਾਂ ਫਿਰ ਇੱਕ ਡੈਲੀਗੇਸ਼ਨ ਲੈ ਕੇ ਲਾਅ ਮਿਨਿਸਟਰ ਅਰਜੁਨ ਮੇਘਵਾਲ ਜੀ ਕੋਲ ਗਏ, ਉਹਨਾਂ ਨੂੰ ਸਾਰੀ ਸਥਿਤੀ ਬਾਰੇ ਦੱਸਿਆ। ਅਤੇ ਮੇਘਵਾਲ ਜੀ ਨੇ ਇਮੀਡੀਏਟਲੀ CBDT ਚੇਅਰਮੈਨ ਨੂੰ ਫੋਨ ਕੀਤਾ ਕਿ ਜੋ ਜਹਾਂਜ਼ੇਬ ਅਖਤਰ ਕਰਦੇ ਪਏ ਗਿਆ ਬਿਲਕੁਲ ਗਲਤ ਹੈ। ਸੈਂਟਰਲ ਗੌਰਮੈਂਟ ਦੀ ਬਿਲਕੁਲ ਕਲੀਅਰ ਕੱਟ ਇੰਟੈਂਸ਼ਨ ਹੈਗੀ ਹੈ ਕਿ ਆਪਾਂ ਬਾਰਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ, ਕਿਉਂਕਿ ਜਿਹੜੇ ਬਾਰ ਦੇ ਮੈਂਬਰ ਹੈਗੇ ਹੈ ਉਹ ਲੋਕਾਂ ਦੇ ਵਿੱਚ ਅਤੇ ਸਰਕਾਰੀ ਅਧਿਕਾਰੀਆਂ ਦੀ ਇੱਕ ਪੁੱਲ ਦਾ ਕੰਮ ਕਰਦੇ ਹੈਗੇ ਹੈ। ਪਰ ਇਹਨਾਂ ਨੇ ਲਾਅ ਮਿਨਿਸਟਰ ਦੀ ਵੀ ਗੱਲ ਨਹੀਂ ਸੁਣੀ। ਫਿਰ ਆਪਾਂ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ ਸੀ ਜਾ ਕੇ। ਉਹਦੇ ਬਾਅਦ ਇਹਨਾਂ ਨੇ ਸਾਡੇ ਸੈਕਟਰੀ ਦੀ ਕੰਪਲੇਂਟ ਦੇ ਦਿੱਤੀ ਪੁਲਿਸ ਦੇ ਵਿੱਚ। ਬੰਡਾਲ ਸਾਹਿਬ ਨੇ ਸਾਨੂੰ ਬੁਲਾਇਆ, ਉੱਥੇ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਜਿਸ 'ਚ 2 ਮੈਂਬਰ ਸਾਡੇ, 2 ਡਿਪਾਰਟਮੈਂਟ ਦੇ ਅਤੇ 2 ਪੁਲਿਸ ਦੇ ਸੀ। ਇਹਨਾਂ ਨੇ ਉਹ ਕਮੇਟੀ ਵੀ ਰਿਜੈਕਟ ਕਰ ਦਿੱਤੀ। ਹਾਲੇ ਕੋਰਟ ਦੇ ਵਿੱਚ ਮੈਟਰ ਸਬਜੂਡਿਸ ਹੈਗਾ ਸੀ ਅਤੇ ਇਹਨਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਰਾਤ ਨੂੰ ਸਾਡੇ ਕਮਰੇ ਦਾ ਤਾਲਾ ਤੋੜ ਕੇ ਸਾਰਾ ਸਮਾਨ ਉੱਥੋਂ ਕੱਢ ਲਿੱਤਾ ਔਰ ਆਪਣਾ ਤਾਲਾ ਉੱਥੇ ਲਗਾ ਦਿੱਤਾ। ਸੋਮਵਾਰ ਸਵੇਰੇ ਜਦੋਂ ਆਪਾਂ ਇਨਕਮ ਟੈਕਸ ਡਿਪਾਰਟਮੈਂਟ ਗਏ ਤਾਂ ਉੱਥੇ ਹੈਵੀ ਪੁਲਿਸ ਫੋਰਸ ਡਿਪਲੋਇਡ ਹੈਗੀ ਸੀ, ਐਂਟੀ ਰॉयड ਪੁਲਿਸ ਉੱਥੇ ਡਿਪਲੋਇਡ ਸੀ, ਵਾਟਰ ਕੈਨਨ ਤੱਕ ਹੈਗੇ ਸੀ। ਕਿ ਚਾਰਟਰਡ ਅਕਾਊਂਟੈਂਟ, ਐਡਵੋਕੇਟ ਜਿਹੜੇ ਪਿਛਲੇ 65 ਸਾਲਾਂ ਤੋਂ ਪੀਸਫੁਲੀ ਸਾਰੇ ਅੰਮ੍ਰਿਤਸਰ ਸ਼ਹਿਰ 'ਚ ਕੰਮ ਕਰਦੇ ਪਏ ਹੈ, ਜਿਨ੍ਹਾਂ ਨੇ ਅੱਜ ਤੱਕ ਕਦੀ ਕਿਸੇ ਝਗੜੇ ਦੇ ਵਿੱਚ ਨਹੀਂ ਆਏ, ਉਹਨਾਂ ਨੂੰ ਇਹ ਕ੍ਰਿਮੀਨਲ ਸਮਝਦੀ ਹੈ ਜਹਾਂਜ਼ੇਬ ਅਖਤਰ। ਬੜਾ ਇਹਨਾਂ ਨੇ ਮੰਦਭਾਗਾ ਕੰਮ ਕੀਤਾ ਔਰ ਮਤਲਬ ਕਿ ਜਿੰਨੇ ਐਜੂਕੇਟਿਡ ਕਲਾਸ ਹੈਗੀ ਹੈ ਨਾ ਉਹਦੇ 'ਤੇ ਇਹਨੇ ਉਂਗਲ ਚੁੱਕੀ ਹੈ। ਪੁਲਿਸ ਫੋਰਸ ਨੇ ਸਾਨੂੰ ਸਾਡੇ ਕਮਰੇ ਤੱਕ ਨਹੀਂ ਜਾਣ ਦਿੱਤਾ। ਇਹਨਾਂ ਨੇ ਇੱਕ ਪਬਲਿਕ ਬਿਲਡਿੰਗ ਜਿੱਥੇ ਪਬਲਿਕ ਦਾ ਜਾਣਾ ਡੇਲੀ ਜ਼ਰੂਰੀ ਹੁੰਦਾ ਹੈ, ਸਾਰੇ ਗੇਟ ਇਨਕਮ ਟੈਕਸ ਡਿਪਾਰਟਮੈਂਟ ਦੇ ਬੰਦ ਕਰਾਤੇ। ਅੰਦਰ GST ਡਿਪਾਰਟਮੈਂਟ ਚੱਲਦਾ ਹੈ, ਅੰਦਰ ਕਸਟਮ ਡਿਪਾਰਟਮੈਂਟ ਚੱਲਦਾ ਹੈ, ਅੰਦਰ ਟ੍ਰਿਬੂਨਲ ਚੱਲਦਾ ਹੈਗਾ। ਡੇਲੀ ਬੇਸਿਸ ਤੇ CA ਵਕੀਲਾਂ ਨੂੰ ਕੰਮ ਪੈਂਦਾ ਹੈ ਉਹ ਡਿਪਾਰਟਮੈਂਟ। ਤੁਹਾਡੇ ਨਾਲ ਇੰਨੀ ਖੁੰਦਕ ਕਿਉਂ? ਕਾਰਨ ਕੀ ਹੈ? ਕਿਉਂਕਿ ਪਿਛਲੇ ਤੁਸੀਂ ਕਿਹਾ 1959 ਤੋਂ ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਜਿਹੜੀ ਲੌਬੀ ਅੰਦਰ ਕੰਮ ਕਰ ਰਹੀ ਹੈ, ਪਰ ਇੱਕਦਮ ਕੋਈ ਨਾ ਕੋਈ ਇਸ ਤਰ੍ਹਾਂ ਹੋਏਗਾ ਜਿਸ ਕਰਕੇ ਤੁਹਾਡੇ 'ਤੇ ਐਕਸ਼ਨ ਲਿੱਤਾ ਗਿਆ। ਦੇਖੋ, ਇਸ ਸਵਾਲ ਦਾ ਜਵਾਬ ਤੇ ਜਹਾਂਜ਼ੇਬ ਅਖਤਰ ਜੀ ਦੇ ਸਕਦੇ ਆ ਕਿ ਉਹਨਾਂ ਨੇ ਇਸ ਤਰੀਕੇ ਦੀ ਖੁੰਦਕ ਕਿਉਂ ਰੱਖੀ ਗਈ ਹੈ। ਸਾਪਾ ਤੇ ਬਿਲਕੁਲ ਤੁਹਾਨੂੰ ਕਲੀਅਰਲੀ ਕਹਿੰਦੇ ਪਏ ਆ ਕਿ ਆਪਾਂ ਪਿਛਲੇ 65 ਸਾਲ ਦਾ ਅੰਮ੍ਰਿਤਸਰ ਦਾ ਇਤਿਹਾਸ ਕੱਢ ਕੇ ਦੇਖ ਲਓ, ਕਦੀ ਸਾਡੀ ਬਾਰ ਕਿਸੇ ਕੰਟਰੋਵਰਸੀ ਦੇ ਵਿੱਚ ਨਹੀਂ ਆਈ। ਰੈਦਰ ਸਰਕਾਰ ਨੂੰ ਰੈਵਨਿਊ ਇਕੱਠਾ ਕਰਕੇ ਦੇ ਰਹੀ ਹੈ। ਅਸੈਸਿਸ ਨੂੰ ਆਪਾਂ ਸਮਝਾਉਂਦੇ ਆ ਕਿ ਸਰਕਾਰ ਨੂੰ ਵੱਧ ਤੋਂ ਵੱਧ ਟੈਕਸ ਦੇ ਕੇ ਦੇਸ਼ ਦੇ ਪ੍ਰੋਗਰੈਸ ਦੇ ਵਿੱਚ ਸਾਨੂੰ ਕੰਟਰੀਬਿਊਟ ਕਰਨਾ ਚਾਹੀਦਾ ਹੈਗਾ। ਜਿਹੜੇ ਲੋਕ ਦੇਸ਼ ਦੀ ਪ੍ਰੋਗਰੈਸ 'ਚ ਕੰਟਰੀਬਿਊਟ ਕਰਵਾਉਂਦੇ ਹੈ, ਜਹਾਂਜ਼ੇਬ ਅਖਤਰ ਉਹਦੇ ਨਾਲ ਧੱਕਾ ਕਰਦੀ ਪਈ ਹੈ। ਸੋ ਇਹ ਡਿਪਾਰਟਮੈਂਟ ਦੀ ਬੜੀ ਵੱਡੀ ਹੱਠਦਰਮੀ ਹੈ। ਸੋ ਮੈਨੂੰ ਲੱਗਦਾ ਕਿ ਤੁਹਾਡੇ ਲੋਕਾਂ ਨੂੰ, ਮੀਡੀਆ ਨੂੰ, ਉਹਨਾਂ ਨੂੰ ਪੁੱਛਣਾ ਚਾਹੀਦਾ ਹੈਗਾ ਵਾ ਕਿ ਇਹਨਾਂ ਕੋਲ ਕਿਹੜੀ ਅਥਾਰਟੀ ਹੈਗੀ ਸੀ ਜਿਸ ਅਥਾਰਟੀ ਦੇ ਮੱਦੇਨਜ਼ਰ ਇਹਨਾਂ ਨੇ ਇਨਕਮ ਟੈਕਸ ਡਿਪਾਰਟਮੈਂਟ ਦੇ ਗੇਟ ਪਬਲਿਕ ਲਈ ਬੰਦ ਕਰ ਦਿੱਤੇ। ਤੁਸੀਂ ਉਹਨਾਂ ਨਾਲ ਮਿਲੇ ਜਾਂ ਉਹਨਾਂ ਦੇ ਚੀਫ? ਹਾਂ, ਪਹਿਲਾਂ ਮਿਲੇ ਆ ਅਸੀਂ ਉਹਨਾਂ ਨੂੰ ਡੈਲੀਗੇਸ਼ਨ ਲੈ ਕੇ ਆਏ ਆ ਕੋਈ 50 ਬੰਦਿਆਂ ਦਾ। ਉਦੋਂ ਵੀ ਉਹਨਾਂ ਦਾ ਜਿਹੜਾ ਵਤੀਰਾ ਸੀ ਬੜਾ ਹੱਠੀ ਵਤੀਰਾ ਸੀ। ਉਦੋਂ ਬਾਅਦ ਵੀ ਅਸੀਂ ਈਵਨ ਉਹਨਾਂ ਨੂੰ ਮਿਨਿਸਟਰੀ ਆਫ ਲਾ ਤੋਂ ਮਤਲਬ CBDT ਤੋਂ ਫੋਨ ਵੀ ਆਇਆ ਹੈ। ਉਹਨਾਂ ਨੇ ਕਿਸੇ ਤਰ੍ਹਾਂ ਦੀ ਇੱਕ ਜਿੱਦਾਂ ਰਾਜ ਹੱਟ ਹੁੰਦਾ ਹੈ ਉਹ ਕਰਕੇ ਅਫਸਰਸ਼ਾਹੀ ਹੈ। ਬਾਹਰ ਕਿਉਂ ਕੱਢਣਾ ਚਾਹੁੰਦੇ? ਕੋਈ ਮੂਵ ਹੋਏਗੀ ਡਿਪਾਰਟਮੈਂਟ ਦੀ ਕਿ ਅਸੀਂ ਰੀਅਲਾਟਮੈਂਟ ਕਰਨੀ ਹੈ, ਪਰ ਸਾਡੇ ਕੋਲ ਜਿਹੜਾ ਕਮਰਾ 400 ਮੈਂਬਰ ਹੈ ਉਹ ਸਾਨੂੰ ਕਹਿੰਦੀ ਤੁਹਾਡੇ ਸਾਰੇ ਕਮਰੇ ਲੈ ਕੇ ਅਸੀਂ ਤੁਹਾਨੂੰ ਕੋਈ ਕਮਰਾ ਨਹੀਂ ਦੇਣਾ। ਕਮਰਾ ਕਿੰਨਾ ਜੀ? ਇੱਕ ਕਮਰਾ ਸਾਡੇ ਕੋਲ, ਉਹਦੇ 'ਚ ਸਾਡਾ 400 ਮੈਂਬਰ ਹੈ। ਅਸੀਂ ਤਾਂ ਇਹਨਾਂ ਕੋਲ ਮੰਗ ਕਰ ਰਹੇ ਸੀ ਕਿ ਸਾਨੂੰ ਹੋਰ ਵੱਡਾ ਕਮਰਾ ਦਿਓ, ਉਲਟਾ ਇਹਨਾਂ ਨੇ ਸਾਡੇ ਕੋਲ ਵੀ ਕਮਰਾ ਖੋਹ ਲਿਆ ਔਰ
ਗੁੰਡਾਗਰਦੀ ਨਾਲ। ਇਹ ਨਹੀਂ ਕਿ ਨੈਗੋਸ਼ੀਏਸ਼ਨ ਕਰਕੇ ਕੋਈ ਬਹਿ ਕੇ ਨੈਗੋਸ਼ੀਏਸ਼ਨ ਕਰੋ, ਕੋਈ ਅਲਟਰਨੇਟਿਵ ਦੱਸਦਾ, ਬਹਿ ਕੇ ਡਿਸਕਸ਼ਨ ਹੁੰਦੀਆਂ ਨੇ। ਗੁੰਡਾਗਰਦੀ ਹੈ ਵੀ ਉਹ ਤਾਲੇ ਤੋੜ ਕੇ ਉਹਦੇ ਅੰਦਰੋਂ ਕੱਢ, ਜਦੋਂ ਕਿ ਮੈਟਰ ਸਬ ਜੁਡੀਸ ਸੀ, ਕੋਰਟ ਦੇ ਵਿੱਚ ਸੀ ਮੈਟਰ, ਉਹਨੇ ਕੋਰਟ ਨੂੰ ਨਜ਼ਰਅੰਦਾਜ਼ ਕਰਕੇ ਤੇ ਆਪਣਾ ਕੀਤਾ। ਹੁਣ ਅਸੀਂ ਸਰ ਵਾਟ ਵਿਲ ਬੀ ਯੋਰ ਨੈਕਸਟ ਸਟੈਪ ਕੀ ਹੈ ਤੁਹਾਡਾ? ਦੇਖੋ ਐਸਾ ਹੈਗਾ ਕਿ ਅੱਜ ਆਪਾਂ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨਾਲ ਮਿਲ ਕੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਪੰਜਾਬ ਬੰਦ ਹੈ ਅੱਜ ਸਾਰੇ ਪੰਜਾਬ ਦੀ ਕੋਟਾ ਹੈਗੀਆਂ, ਜਿੰਨੀਆਂ ਹੈਗੀਆਂ ਸਭ ਬੰਦ ਹੈਗੀਆਂ। ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਪ੍ਰੋਫੈਸ਼ਨਲ ਬਾਡੀਜ਼, ਸੀਏ ਐਸੋਸੀਏਸ਼ਨਸ, ਐਡਵੋਕੇਟ ਐਸੋਸੀਏਸ਼ਨ ਜਿੰਨੀਆਂ ਵੀ ਹੈਗੀਆਂ ਸਾਰੇ ਪੰਜਾਬ ਦੀ, ਅੱਜ ਉਹ ਡਿਸਟ੍ਰਿਕਟ ਬਾਰ ਦੇ ਵਿੱਚ ਬੈਠ ਕੇ ਨਾ ਆਪਣੀ ਬਾਰਾਂ ਦੇ ਵਿੱਚ ਬੈਠ ਕੇ ਕੋਰਟ ਦੇ ਵਿੱਚ ਬੈਠ ਕੇ ਧਰਨਾ ਲਗਾਇਆ ਹੋਇਆ ਹੈ ਤੇ ਅੱਜ ਸਾਰੇ ਪੰਜਾਬ ਬੰਦ ਦੀ ਕਾਲ ਹੈ। ਔਰ ਜਿੰਨੀ ਦੇਰ ਤੱਕ ਸਾਡਾ ਕਮਰਾ ਸਾਨੂੰ ਨਹੀਂ ਮਿਲਦਾ ਔਰ ਜਿਹੜੇ ਦੋਸ਼ੀ ਹੈਗੇ ਆ ਜਿਨ੍ਹਾਂ ਨੇ ਉੱਥੇ ਸਮਾਨ ਦੀ ਚੋਰੀ ਕੀਤੀ ਹੈ, ਜਿਨ੍ਹਾਂ ਨੇ ਉੱਥੇ ਤਾਲਾ ਤੋੜਿਆ ਹੈ, ਉਹਨਾਂ ਦੇ ਖਿਲਾਫ ਪੁਲਿਸ FIR ਨਹੀਂ ਕਰ ਦੇਗੀ, ਉਨੀ ਦੇਰ ਤੱਕ ਸਾਡਾ ਐਜੀਟੇਸ਼ਨ ਚੱਲਦਾ ਰਹੇਗਾ। ਤੇ ਹੜਤਾਲ ਹੋਰ ਵੀ ਲੰਬੀ ਹੋਗੀ ਕਿ ਇਟਸ ਵਨ ਡੇ ਸਟ੍ਰਾਈਕ? ਜਿੰਨੀ ਦੇਰ ਹੜਤਾਲ ਉਨੀ ਦੇਰ ਤੱਕ ਚੱਲੇਗੀ ਜਿੰਨੀ ਦੇਰ ਤੱਕ ਸਾਡਾ ਕਮਰਾ ਸਾਨੂੰ ਵਾਪਸ ਨਹੀਂ ਮਿਲ ਜਾਂਦਾ ਤੇ ਜਾਂ ਪੁਲਿਸ ਉਹਨਾਂ ਦੇ ਖਿਲਾਫ FIR ਨਹੀਂ ਕਰ ਦਿੰਦੀ ਹੈਗੀ, ਉਨੀ ਦੇਰ ਤੱਕ ਹੜਤਾਲ ਸਾਡੀ ਚੱਲਦੀ ਰਹੇਗੀ। ਤਾਂ ਬਿਲਕੁਲ ਤੁਸੀਂ ਵੇਖੋ ਕਿ ਜਿਹੜੇ CA ਵਰਗ ਹੈ ਔਰ ਇਸ ਤੋਂ ਇਲਾਵਾ ਵਕੀਲ ਵਰਗ ਹੈ, ਉਹਨਾਂ ਵੱਲੋਂ ਅੱਜ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਦਰਅਸਲ ਅੰਮ੍ਰਿਤਸਰ ਦੇ ਚੀਫ ਇਨਕਮ ਟੈਕਸ ਕਮਿਸ਼ਨਰ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅੰਦਰ ਉਹਨਾਂ ਦਾ ਜਿਹੜਾ ਇਨਕਮ ਟੈਕਸ ਦਾ ਜਿਹੜਾ ਆਫਿਸ ਹੈ ਉਸ ਦੇ ਵਿੱਚ ਇੱਕ ਕਮਰਾ ਸੀ ਜਿਸ ਦੇ ਵਿੱਚ ਕਿ ਉਹ ਆਪਣੀ ਕੁਝ ਲੀਗਲ ਚੀਜ਼ਾਂ ਜਿਹੜੀਆਂ ਡਿਸਕਸ ਕਰਦੇ ਸਨ, ਤਾਂ ਉੱਥੋਂ ਜਿਹੜਾ ਹੈ ਉਹ ਮਿਲ ਕੇ ਜਿਹੜਾ ਹੈ ਆਪਣੀ ਬਾਡੀ ਚਲਾਉਂਦੇ ਸਨ, ਨਾਲ ਲੋਕਾਂ ਨੂੰ ਜਾਗਰੂਕ ਕਰਦੇ ਸਨ। ਲੇਕਿਨ ਉਹ ਕਮਰਾ ਜਿਹੜਾ ਹੈ ਫਿਲਹਾਲ ਬੰਦ ਕਰ ਦਿੱਤਾ ਗਿਆ ਔਰ ਉਲਟਾ ਜਿਹੜਾ ਹੈ ਉੱਥੋਂ ਜਿਹੜਾ ਸਮਾਨ ਸੀ ਉਹ ਵੀ ਖੁਰਦ-ਬੁਰਦ ਕੀਤਾ ਗਿਆ, ਜਿਸ ਕਰਕੇ ਅੱਜ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਇਸ ਬਾਬਤ ਉਹਨਾਂ ਨੇ ਸ਼ਿਕਾਇਤ ਜਿਹੜੀ ਹੈ ਪਹਿਲਾਂ ਦਿੱਤੀ ਸੀ ਤੇ ਉਸ ਤੋਂ ਬਾਅਦ ਮਾਮਲਾ ਕੋਰਟ 'ਚ ਵੀ ਪੈਂਡਿੰਗ ਚੱਲ ਰਿਹਾ ਸੀ, ਲੇਕਿਨ ਇਸ ਦੇ ਵਿਚਕਾਰ ਜਿਹੜਾ ਹੈ ਇਹ ਸਾਹਮਣੇ ਆਇਆ ਕਿ ਉਹਨਾਂ ਨੂੰ ਜਿਹੜਾ ਹੈ ਅੰਦਰ ਪਰਿਸਰ ਦੇ ਆਉਣ ਤੋਂ ਮਨਾ ਕਰ ਦਿੱਤਾ ਗਿਆ। ਤਾਂ ਹੁਣ ਧਰਨੇ ਤੇ ਬੈਠੇ ਨੇ, ਫਿਲਹਾਲ ਮੰਗ ਕਰ ਰਹੇ ਨੇ ਕਿ ਇਸ ਮਾਮਲੇ 'ਚ ਇਨਸਾਫ ਦਿੱਤਾ ਜਾਵੇ, ਲੇਕਿਨ ਫਿਲਹਾਲ ਹਾਲੇ ਮਾਮਲਾ ਸੁਲਝਦਾ ਹੋਇਆ ਨਜ਼ਰ ਨਹੀਂ ਆ ਰਿਹਾ। ਲੇਕਿਨ ਸਟ੍ਰਾਈਕ ਤੇ ਜਾਣ ਤੇ ਨਾਲ ਕਿਤੇ ਨਾ ਕਿਤੇ ਪ੍ਰਭਾਵ ਜਿਹੜਾ ਹੈ ਉਹ ਚੀਫ ਇਨਕਮ ਟੈਕਸ ਕਮਿਸ਼ਨਰ ਜਾਂ ਉਹਨਾਂ ਦੇ ਵਿਭਾਗ ਦੇ ਉੱਤੇ ਪੈਂਦਾ ਨਜ਼ਰ ਆ ਰਿਹਾ ਕਿ ਆਖਿਰਕਾਰ ਮਸਲੇ ਨੂੰ ਸੁਲਝਾਇਆ ਵੀ ਜਾ ਸਕਦਾ ਸੀ, ਲੇਕਿਨ ਮਸਲਾ ਅੱਜ ਇੰਨਾ ਪੇਚੀਦਾ ਹੋ ਚੁੱਕਾ ਹੈ ਕਿ ਵਕੀਲ ਜਿਹੜੇ ਨੇ ਸੜਕਾਂ ਤੇ ਨੇ। ਹੁਣ ਦੇਖਣਾ ਹੋਏਗਾ ਦਾ ਹੱਲ ਲੱਭਣ ਸਰਕਾਰ ਕਿੰਨੀ ਕਾਮਯਾਬ ਹੁੰਦੀ ਹੈ। ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।